ਅੰਮ੍ਰਿਤਸਰ ਪੇਜ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਸਵਾਗਤ ਹੈ। ਅੱਜ ਅੰਮ੍ਰਿਤਸਰ ਪੇਜ ਤੇ ਰੂਬਰੂ ਹੋਣ ਜਾ ਰਹੇ ਨੇ ਅਕਸ਼ੇ ਸ਼ਰਮਾ ਜੀ, ਜਿਹੜੇ ਬੜੇ ਜ਼ੋਰਾਂ ਦੇ ਨਾਲ ਯੂਥ ਨਾਲ ਜੁੜੇ ਆ ਔਰ ਯੂਥ ਨੂੰ ਅੱਗੇ ਲੈ ਕੇ ਆ ਰਹੇ ਨੇ। ਬਹੁਤ ਇਲੈਕਸ਼ਨ ਲੜੇ ਆ। ਆਓ ਉਹਨਾਂ ਕੋਲ ਹੀ ਜਾਣਦੇ ਹਾਂ ਅਸੀਂ ਕਿਹੜੇ ਅਹੁਦੇ ਤੇ ਇਸ ਵੇਲੇ ਬਿਰਾਜਮਾਨ ਆ ਔਰ ਕੀ ਅੱਗੇ ਕਰਨਾ ਚਾਹੁੰਦੇ ਨੇ। ਅੱਛਾ ਜੀ, ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਅੰਮ੍ਰਿਤਸਰ ਪੇਜ ਦਾ, ਜਿਨ੍ਹਾਂ ਨੇ ਇਸ ਦੇ ਉੱਤੇ ਬੋਲਣ ਦਾ ਮੈਨੂੰ ਮੌਕਾ ਦਿੱਤਾ। ਅਤੇ ਮੈਂ ਇਸ ਸਮੇਂ NSUI ਕਾਂਗਰਸ ਪਾਰਟੀ ਦੇ ਸਟੂਡੈਂਟ ਵਿੰਗ ਦਾ ਸੂਬੇ ਦਾ ਪ੍ਰਧਾਨ ਹਾਂ, ਅਤੇ ਨਾਲ ਹੀ ਨਾਲ ਮੈਂ ਕਾਂਗਰਸ ਪਾਰਟੀ ਦਾ ਇੱਕ ਬਹੁਤ ਹੀ ਛੋਟਾ ਵਰਕਰ ਹਾਂ। ਅਤੇ ਨਾਲ ਹੀ ਦੱਸਣਾ ਚਾਹੂੰਗਾ ਵੀ ਸਾਡੇ ਸੂਬੇ ਦੇ ਵਿੱਚ ਜਿਸ ਤਰੀਕੇ ਨਾਲ ਸਟੂਡੈਂਟਸ ਦੀਆਂ ਕੋਈ ਵੀ ਸਮੱਸਿਆਵਾਂ ਹੁੰਦੀਆਂ ਨੇ ਕਾਲਜਿਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਹੋਸਟਲਸ ਦੇ ਵਿੱਚ, ਉਹਨਾਂ ਨੂੰ NSUI ਹਰ ਪਹਿਲ ਦੇ ਆਧਾਰ 'ਤੇ ਹੱਲ ਕਰਾਉਣ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੀ ਹੈ। ਤੁਸੀਂ ਪਿਛਲੇ ਕਰੋਨਾ ਦੇ ਸਮੇਂ ਤੋਂ ਹੀ ਭਾਵੇਂ ਗੱਲ ਕਰ ਲਓ, ਬਾਹਰਲੇ ਫਸੇ ਹੋਏ ਸਟੂਡੈਂਟਸ ਦੀ ਗੱਲ ਸੀਗੀ, ਕਰੋਨਾ ਦੇ ਵਿੱਚ ਵਿਦਿਆਰਥੀਆਂ ਨੂੰ ਪ੍ਰਮੋਟ ਕਰਾਉਣ ਦੀ ਗੱਲ ਸੀਗੀ, ਕਰੋਨਾ ਦੇ ਵਿੱਚ ਵਿਦਿਆਰਥੀਆਂ ਦੇ ਐਗਜ਼ਾਮਸ ਦੀ ਸਮੱਸਿਆ ਸੀਗੀ, ਉਸ ਤੋਂ ਅੱਗੇ ਚੱਲਦੇ ਹੋਏ JEE ਅਤੇ NEET ਦੇ ਐਗਜ਼ਾਮਸ ਦੀ ਗੱਲ ਸੀ, ਹੁਣ ਆ ਕੇ ਕਿਸਾਨਾਂ ਦੇ ਮੁੱਦੇ ਦੀ ਗੱਲ ਸੀ। ਹਰ ਸਮੇਂ NSUI ਉਹਨਾਂ ਮੁੱਦਿਆਂ ਦੇ ਨਾਲ ਹਮੇਸ਼ਾ ਖੜੀ ਰਹੀ ਹੈ ਜੋ ਲੋਕਾਂ ਦੇ ਉਲਟ ਨੇ, ਲੋਕਾਂ ਦੇ ਖਿਲਾਫ ਨੇ। ਅੱਛਾ ਜੀ, ਬਹੁਤ ਵਧੀਆ ਗੱਲ ਕੀਤੀ ਹੈ। ਲੇਕਿਨ ਆਪਾਂ ਸਟਾਰਟਿੰਗ ਇਹ ਜਾਣਨਾ ਚਾਹੁੰਦੇ ਹਾਂ, ਸੇਵਾ ਭਾਵ ਜਿਹੜਾ ਆ ਕਾਂਗਰਸ ਦੇ ਵਿੱਚ ਕਿਹੜੇ ਐਸੇ ਬੰਦੇ ਨੂੰ ਦੇਖਿਆ ਤੁਸੀਂ ਜਿਹਨੂੰ ਤੁਸੀਂ ਆਪਣਾ ਲਕਸ਼ ਬਣਾਇਆ ਅਤੇ ਉਹਨੂੰ ਦੇਖ ਕੇ ਇਹ ਸੇਵਾ 'ਤੇ ਚੱਲੇ ਹੋ। ਦੇਖੋ, ਕਾਂਗਰਸ ਪਾਰਟੀ ਦਾ ਜਿਹੜਾ ਮੁੱਢਲੀ ਜਿਹੜੀ ਚੀਜ਼ ਹੈ, ਕਾਂਗਰਸ ਪਾਰਟੀ ਦੀ ਆਈਡੀਓਲੋਜੀ ਹੈ, ਉਹ ਸੇਵਾ ਭਾਵ ਹੀ ਹੈ। ਤੁਸੀਂ ਕਾਂਗਰਸ ਪਾਰਟੀ ਦੀ ਜਿਹੜੀ ਆਈਡੀਓਲੋਜੀ ਹੈ ਉਹ ਬਿਲਕੁਲ ਉਹਨਾਂ ਲੋਕਾਂ ਲਈ ਹੈ, ਉਹ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਕਿਸੇ ਵੀ ਤਰੀਕੇ ਦਾ ਹੋਵੇ, ਜਦੋਂ ਕਿਤੋਂ ਵੀ ਉਹ ਸਮੱਸਿਆ ਦੇ ਵਿੱਚ ਹੁੰਦਾ ਹੈ, ਕਾਂਗਰਸ ਪਾਰਟੀ ਦੇ ਵਰਕਰ ਦਾ, ਕਾਂਗਰਸ ਪਾਰਟੀ ਦੇ ਲੀਡਰ ਦਾ ਇਹ ਫਰਜ਼ ਅਤੇ ਉਹਦਾ ਦਿਲੀ ਇੱਛਾ ਹੀ ਰਹਿੰਦੀ ਹੈ ਵੀ ਉਹ ਹਮੇਸ਼ਾ ਉਸ ਇਨਸਾਨ ਦੇ ਕੋਲ ਜਾ ਕੇ ਉਹਦੀ ਸਮੱਸਿਆ ਦਾ ਹੱਲ ਕਰਾਉਣ ਦੇ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਸਮੇਂ ਦੇ ਸਿਰ ਦੀ ਤੁਸੀਂ ਨਾਲ ਹੀ ਅਪਡੇਸ਼ਨ ਦੇ ਨਾਲ ਦੇਖ ਸਕਦੇ ਹੋ, ਹੱਥਰਸ ਦੇ ਵਿੱਚ UP ਦੇ ਵਿੱਚ ਰੇਪ ਕੇਸ ਆਇਆ। ਸਾਡੇ ਲੀਡਰ ਰਾਹੁਲ ਗਾਂਧੀ ਜੀ ਭਾਵੇਂ ਪੈਦਲ ਚੱਲ ਕੇ ਗਏ, ਗੱਡੀਆਂ 'ਤੇ ਗਏ, ਪੁਲਿਸ ਵੱਲੋਂ ਤੰਗ ਕੀਤਾ ਗਿਆ, ਪੀੜਤਾ ਦੇ ਕੋਲ ਜਾਣ ਲਈ ਹਰ ਸੰਘਰਸ਼ ਕੀਤਾ ਅਤੇ ਉੱਥੇ ਪਹੁੰਚ ਕੇ ਰਹੇ, ਭਾਵੇਂ 2 ਦਿਨ ਲੱਗੇ, ਪਹੁੰਚੇ ਜ਼ਰੂਰ। ਕਿਸਾਨਾਂ ਦੀ ਸਮੱਸਿਆ ਦੀ ਗੱਲ ਆਈ, ਰਾਹੁਲ ਜੀ ਪੰਜਾਬ ਆਏ, ਪੰਜਾਬ ਤੋਂ ਟਰੈਕਟਰ ਯਾਤਰਾ ਕਰਦੇ ਹੋਏ ਹਰਿਆਣੇ ਤੱਕ ਗਏ। ਇਹ ਸੇਵਾ ਭਾਵ ਹੀ ਕਾਂਗਰਸ ਦੇ ਹਰ ਵਰਕਰ ਦੇ ਵਿੱਚ ਹਮੇਸ਼ਾ ਤੋਂ ਰਹਿੰਦੀ ਹੈ। ਮੈਂ ਇਹ ਜਾਣਨਾ ਚਾਹੁੰਦਾ ਕਿ ਇੰਨੀ ਸੇਵਾ ਕਰਕੇ ਅੱਗੇ ਆ ਰਹੇ ਹੋ, ਕਾਂਗਰਸ ਦੇ ਵਿੱਚ ਕਿਹੜਾ ਚਿਹਰਾ ਤੁਸੀਂ ਆਪਣਾ ਆਈਡੀਅਲ ਦੇਖਿਆ ਜਿਹਨੂੰ ਦੇਖ ਕੇ ਤੁਸੀਂ ਅੱਗੇ ਵਧੇ ਹੋ। ਦੇਖੋ, ਯੁਵਾ ਪੀੜ੍ਹੀ ਦੇ ਵਿੱਚ ਚੱਲਦੇ ਹੋਏ ਜਿਵੇਂ ਕਿ ਸਾਡੇ ਰਾਹੁਲ ਗਾਂਧੀ ਜੀ ਸਾਡੇ ਲੀਡਰ ਨੇ, ਅਸੀਂ ਉਹਨਾਂ ਨੂੰ ਆਈਡਲ ਮੰਨਦੇ ਹਾਂ। ਬਟ ਇਨ ਫਿਊਚਰ ਵੀ ਜੇ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਹੀ ਐਸੀ ਪਾਰਟੀ ਹੈ ਜੋ ਨਾਨ ਪੋਲੀਟੀਕਲ ਫੈਮਲੀਜ਼ ਨੂੰ ਅੱਗੇ ਆਉਣ ਦੇ ਲਈ, ਯੁਵਾ ਪੀੜ੍ਹੀ ਨੂੰ ਅੱਗੇ ਆਉਣ ਲਈ ਇੱਕ ਮੌਕਾ ਦਿੱਤਾ ਸੀ ਰਾਹੁਲ ਗਾਂਧੀ ਜੀ ਨੇ। ਉਹਨਾਂ ਨੇ ਇੱਕ ਇਲੈਕਸ਼ਨ ਸਿਸਟਮ ਚਲਾਇਆ ਜਿਸ ਦੇ ਤਹਿਤ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੋਈ ਪੋਲੀਟੀਕਲ ਸਿਸਟਮ ਦੇ ਵਿੱਚ ਨਹੀਂ ਨੇ ਲੋਕ, ਉਹ ਇਲੈਕਸ਼ਨ ਲੜ ਕੇ ਅੱਗੇ ਆ ਸਕਦੇ ਨੇ। ਇਹੀ ਇਲੈਕਸ਼ਨ ਮੈਂ 2017 ਦੇ ਵਿੱਚ ਸਟੂਡੈਂਟ ਯੂਨੀਅਨ ਦਾ ਲੜਿਆ। ਉਹਦੇ ਵਿੱਚ ਲੜਦੇ ਲੜਦੇ ਸਾਡੇ ਇਲੈਕਸ਼ਨ ਹੋਏ, ਹਰ ਕਾਲਜ, ਹਰ ਯੂਨੀਵਰਸਿਟੀ ਸਟੂਡੈਂਟ ਨੇ ਵੋਟ ਕੀਤੀ। ਵੋਟ ਕਰਨ ਤੋਂ ਬਾਅਦ ਮੈਂ ਫਿਰ ਸਟੂਡੈਂਟ ਯੂਨੀਅਨ ਸੂਬੇ ਦਾ ਪ੍ਰਧਾਨ ਬਣਿਆ। ਇਹ ਸਾਨੂੰ ਜੋ ਅਧਿਕਾਰ, ਸਾਨੂੰ ਜੋ ਇਹ ਸਿਸਟਮ ਸਾਨੂੰ ਰਾਹੁਲ ਗਾਂਧੀ ਜੀ ਨੇ ਦਿੱਤਾ, ਇਹ ਉਹਨਾਂ ਦੀ ਸੋਚ ਸੀਗੀ ਕਿ ਬਗੈਰ ਪੋਲੀਟੀਕਲ ਸਿਸਟਮ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਤੋਂ ਬਿਨਾਂ ਵੀ ਬੱਚੇ ਅੱਗੇ ਆਉਣ, ਵਿਦਿਆਰਥੀ ਅੱਗੇ ਆਉਣ, ਉਹ ਵਿਦਿਆਰਥੀਆਂ ਤੋਂ ਬਾਅਦ ਯੁਵਾ ਕਾਂਗਰਸ 'ਚ ਜਾਣ, ਯੁਵਾ ਕਾਂਗਰਸ 'ਚੋਂ ਮੇਨ ਕਾਂਗਰਸ 'ਚ ਜਾਣ, ਆਪਣੇ ਸੂਬੇ ਦੀ ਸੇਵਾ ਕਰਨ, ਆਪਣੇ ਲੋਕਾਂ ਦੀ ਸੇਵਾ ਕਰਨ, ਤਾਂ ਕਿ ਲੋਕਾਂ ਦੇ ਵਿੱਚ ਪਤਾ ਲੱਗ ਸਕੇ ਕਿ ਪਰਿਵਾਰਵਾਦ ਕਿਵੇਂ ਖਤਮ ਕੀਤਾ ਜਾ ਸਕਦਾ। ਅੱਛਾ ਜੀ, ਹਾਲ ਹੀ 'ਚ ਹੁਣੇ ਅਜੇ ਰਾਹੁਲ ਜੀ ਨੇ ਪੰਜਾਬ ਦੌਰਾ ਕੀਤਾ ਹੈ, ਕੀ ਦੇਖਣ ਨੂੰ ਮਿਲਿਆ ਤੁਹਾਨੂੰ ਖਾਸ ਉੱਥੇ? ਦੇਖੋ, ਜਿਹੜਾ ਰਾਹੁਲ ਜੀ ਨੇ ਪੰਜਾਬ ਦੌਰਾ ਕੀਤਾ ਹੈ, ਦੌਰੇ ਦੇ ਵਿੱਚ ਸਿਰਫ ਤੇ ਸਿਰਫ ਜੋ ਕਿਸਾਨਾਂ ਦਾ ਦਰਦ ਸੀਗਾ ਉਹਨੂੰ ਮਹਿਸੂਸ ਕਰਦੇ ਹੋਏ ਰਾਹੁਲ ਜੀ ਪੰਜਾਬ ਵਿੱਚ ਆਏ। ਪੰਜਾਬ ਦੇ ਵਿੱਚ ਆਉਂਦੇ ਹੋਏ ਉਹ ਟਰੈਕਟਰ ਯਾਤਰਾ ਕਰਦੇ ਕਰਦੇ ਮੋਗੇ ਤੋਂ ਸੰਗਰੂਰ, ਸੰਗਰੂਰ ਤੋਂ ਪਟਿਆਲਾ, ਪਟਿਆਲਾ ਤੋਂ ਉਹ ਹਰਿਆਣਾ ਦੇ ਵਿੱਚ ਗਏ। ਉੱਥੇ ਜਾਂਦੇ ਹੋਏ ਉਹਨਾਂ ਨੇ ਜੋ ਕਿਸਾਨਾਂ ਦੇ ਦਰਦ ਸੀ, ਕਿਸਾਨਾਂ ਦੇ ਜੋ ਸਵਾਲ ਸੀ, ਕਿਸਾਨ ਜੋ ਮਹਿਸੂਸ ਕਰ ਰਹੇ ਸੀਗੇ, ਉਹਨਾਂ ਸਮੱਸਿਆਵਾਂ ਨੂੰ ਕਿਸਾਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੈਸ ਕਾਨਫਰੰਸਿਸ ਕੀਤੀਆਂ। ਜਦੋਂ ਵੀ ਸਾਡੇ ਆਮ ਵਰਗ ਦੇ ਲੋਕ ਦਰਦ ਦੇ ਵਿੱਚ ਆਏ ਨੇ, ਰਾਹੁਲ ਗਾਂਧੀ ਜੀ ਜਾਂ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਉਦੋਂ ਲੋਕਾਂ ਦੇ ਵਿੱਚ ਜਾਂਦਾ ਹੈ ਜਾਂ ਉਦੋਂ ਲੋਕਾਂ ਦੇ ਕੋਲ ਜਾਂਦਾ ਜਦੋਂ ਉਹਨੂੰ ਲੱਗਦਾ ਹੈ ਕਿ ਯਾਰ ਨਹੀਂ, ਸਾਡੇ ਲੋਕ ਜਾਂ ਸਾਡੀ ਕੌਮ, ਸਾਡੇ ਸੂਬੇ ਦੇ ਜਾਂ ਸਾਡੇ ਦੇਸ਼ ਦੇ ਲੋਕ ਦੁੱਖ ਜਾਂ ਤਕਲੀਫ ਦੇ ਵਿੱਚ ਨੇ, ਮੌਕੇ ਦੀਆਂ ਹੁਕਮਰਾਨ ਉਹਨਾਂ ਨੂੰ ਤੰਗ ਕਰ ਰਹੇ ਨੇ, ਦੂਜੇ
ਵਰਕਰ ਭਾਵੇਂ ਕਹਿ ਲਓ ਭਾਵੇਂ ਪਾਰਟੀ ਦੇ ਲੀਡਰ ਕਹਿ ਲਓ, ਉਦੋਂ ਉਹਨਾਂ ਲੋਕਾਂ ਕੋਲ ਜਾ ਕੇ ਉਹਨਾਂ ਦਾ ਦੁੱਖ ਤਕਲੀਫ ਵੰਡਦੇ ਨੇ ਕਿ ਨਹੀਂ, ਜੇ ਹੁਕਮਰਾਨ ਤੁਹਾਨੂੰ ਤੰਗ ਕਰ ਰਿਹਾ ਹੈ ਤੇ ਉਹਦੇ ਕਿਵੇਂ ਹੱਲ ਕਰਨਾ ਹੈ, ਕਿਵੇਂ ਉਸ ਤੋਂ ਬਚਣਾ ਹੈ, ਤੇ ਉਸ ਦੀਆਂ ਵਿਉਂਤਬੰਦੀਆਂ ਬਣਾ ਕੇ ਇੱਕ ਟਰੈਕਟਰ ਯਾਤਰਾ ਥਰੂ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਜੀ, ਮੈਂ ਜੇ ਭੱਠਲ ਦੀ ਗੱਲ ਕਰਾਂ, ਪਿਛਲੇ ਕਈਆਂ ਸਾਲਾਂ ਤੋਂ ਬੈਕਫੁੱਟ ਤੇ ਹੈ। ਰਾਹੁਲ ਗਾਂਧੀ ਜੀ ਦੇ ਦੌਰੇ 'ਚ ਉਹਨਾਂ ਨੇ ਆਪਣੀ ਪਾਵਰ ਦਿਖਾਈ ਹੈ। ਦੁੱਲੋ ਜੀ ਨੇ, ਉਹ ਵੀ ਬੈਕਫੁੱਟ ਤੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਸ਼ਖਸ ਅੱਗੇ ਆਉਣੇ ਚਾਹੀਦੇ ਆ, ਕਿਉਂਕਿ ਵਰਕਰ ਨਾਲ ਜੁੜੇ ਆ, ਵਰਕਰ ਰੀੜ ਦੀ ਹੱਡੀ ਹੈ ਔਰ ਬਹੁਤ ਮਿਹਨਤ ਕਰ ਰਹੇ ਨੇ। ਦੇਖੋ ਤੁਸੀਂ, ਬੀਬੀ ਭੱਠਲ ਜੀ ਨੇ ਬਹੁਤ ਸੀਨੀਅਰ ਲੀਡਰ ਨੇ ਸਾਡੇ ਕਾਂਗਰਸ ਪਾਰਟੀ ਦੇ, ਸਰਦਾਰ ਦੁੱਲੋ ਜੀ ਨੇ, ਇਹ ਵੀ ਬਹੁਤ ਸੀਨੀਅਰ ਲੀਡਰ ਨੇ ਸਾਡੇ ਪਾਰਟੀ ਦੇ, ਕੋਈ ਬੈਕਫੁੱਟ ਤੇ ਨਹੀਂ ਨੇ। ਆਪੋ ਹਾਂ, ਪ੍ਰਤਾਪ ਸਿੰਘ ਬਾਜਵਾ ਜੀ ਨੇ, ਉਹ ਵੀ ਬਹੁਤ ਸੀਨੀਅਰ ਲੀਡਰ ਨੇ। ਹਰ ਬੰਦਾ ਆਪੋ ਆਪਣੇ ਲੋਕਾਂ ਦੇ ਨਾਲ, ਆਪੋ ਆਪਣੇ ਇਲਾਕਿਆਂ ਦੇ ਵਿੱਚ ਪੂਰੀ ਤਰੀਕੇ ਨਾਲ, ਜਿਸ ਤਰੀਕੇ ਨਾਲ ਵੀ ਮਦਦ ਕਰ ਸਕਦਾ ਆਮ ਵਰਗ ਦੇ ਲੋਕਾਂ ਦੀ। ਜ਼ਰੂਰੀ ਨਹੀਂ ਹੁੰਦਾ ਪਾਰਟੀ ਦੇ ਵਿੱਚ ਅਹੁਦਿਆਂ ਦੀ। ਇਹਨਾਂ ਦੇ ਵਿੱਚ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਹੁਦਿਆਂ ਦੀ ਲੋੜ ਨਹੀਂ, ਲੋਕਾਂ ਦੇ ਕੰਮਾਂ ਦੀ ਲੋੜ ਹੈ, ਲੋਕਾਂ ਦੇ ਨਾਲ ਜੁੜਨ ਦੀ ਲੋੜ ਹੈ। ਜੁੜਦੇ ਨੇ, ਹਮੇਸ਼ਾ ਉਹਨਾਂ ਦੇ ਮੁੱਦੇ ਚੱਕਦੇ ਨੇ ਤੇ ਮੁੱਦੇ ਚੁੱਕ ਕੇ ਹਾਈ ਕਮਾਂਡ ਕੋ ਵੀ ਲੈ ਕੇ ਜਾਂਦੇ ਨੇ, ਆਪਣੇ ਲੋਕਲ ਐਡਮਿਨਿਸਟ੍ਰੇਸ਼ਨ ਕੋ ਵੀ ਲੈ ਕੇ ਉਹਨਾਂ ਦੇ ਮਸਲੇ ਹੱਲ ਕਰਾਉਂਦੇ ਨੇ। ਪੰਜਾਬ 'ਚ ਅਕਸ਼ੇ ਜੀ ਗੁੱਟਬੰਦੀ ਮੈਂ ਦੇਖਦਾ ਕਾਂਗਰਸ 'ਚ ਬਹੁਤ ਜ਼ਿਆਦਾ ਆ। ਪ੍ਰਤਾਪ ਸਿੰਘ ਬਾਜਵਾ ਜੀ ਨੇ, ਤੁਸੀਂ ਦੇਖਿਆ ਹੋਣਾ, ਪਿੱਛੇ ਆਰੋਪ ਵੀ ਲਗਾਏ ਸੀ ਕਿ ਇਹ ਖਤਮ ਨਹੀਂ ਹੋਣੀ ਚਾਹੀਦੀ। ਦੇਖੋ, ਗੁੱਟਬੰਦੀ ਜਾਂ ਕੁਝ ਵੀ ਆਪਾਂ ਗਰੁੱਪਿਜ਼ਮ ਦੀ ਗੱਲ ਕਰ ਲਈਏ, ਉਹ ਸਿਰਫ ਤੇ ਸਿਰਫ ਹਰ ਪਾਰਟੀ ਦੇ ਵਿੱਚ ਇੱਕ ਦੂਸਰੇ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਉੱਤੇ ਆ ਕੇ ਥੋੜੀ ਖਰਾਬ ਜ਼ਰੂਰ ਹੋ ਜਾਂਦੀ ਹੈ, ਪਰ ਜਿਹੜੀ ਪਾਰਟੀ ਦੀ ਆਈਡੀਓਲੋਜੀ ਹੈ ਉਹ ਬਿਲਕੁਲ ਸੇਮ ਹੈ। ਪਾਰਟੀ ਦੀ ਆਈਡੀਓਲੋਜੀ ਨੂੰ ਸਾਰੇ ਜਣੇ ਇੱਕ ਮੰਨਦੇ ਨੇ। ਗੁੱਟਬੰਦੀ ਤੇ ਪਾਰਟੀ ਦੀ ਆਈਡੀਓਲੋਜੀ ਇਹ ਅਲੱਗ-ਅਲੱਗ ਰਾਹ ਨੇ, ਬਟ ਜਿੱਥੇ ਪਾਰਟੀ ਦੀ ਆਈਡੀਓਲੋਜੀ ਆ ਜਾਂਦੀ ਹੈ, ਲੋਕ ਸੇਵਾ ਆ ਜਾਂਦੀ ਹੈ, ਲੋਕਾਂ ਦੇ ਕੰਮ ਆ ਜਾਂਦੇ ਨੇ, ਉੱਥੇ ਸਭ ਲੋਕ ਇਕੱਠੇ ਨੇ। ਅਸੀਂ ਇਹਨਾਂ ਦੇ ਗਾਂ ਸਿਪਾਹੀ ਹਾਂ, ਅਸੀਂ ਇਹਨਾਂ ਦੇ ਨਾਲ ਲੱਗ ਕੇ ਲੋਕਾਂ ਲਈ ਹਮੇਸ਼ਾ ਕੰਮ ਕਰਦੇ ਰਹਿੰਦੇ ਹਾਂ ਤੇ ਇਹ ਵੀ ਕੰਮ ਕਰਦੇ ਰਹਿਣਗੇ। ਅੱਛਾ ਜੀ, ਬਾਜਵਾ ਜੀ ਦਾ ਸਵਾਲ ਚੁੱਕਣਾ ਆਪਣੇ ਮੰਤਰੀਆਂ ਤੇ ਗੱਲ ਮੈਨੇ ਰੱਖਦੀ ਆ ਕਿ ਇੱਦਾਂ ਹੋਣਾ ਚਾਹੀਦਾ ਸੀ। ਦੇਖੋ, ਉਹਨਾਂ ਦਾ ਸਵਾਲ ਸਿਰਫ ਤੇ ਸਿਰਫ ਇੰਨਾ ਕੁ ਸੀਗਾ ਵੀ ਇਹ ਲੋਕਾਂ ਦੇ ਕੰਮ ਜਾਂ ਲੋਕਾਂ ਦੇ ਕਿਵੇਂ ਆ, ਵੀ ਲੋਕ ਦੁਖੀ ਨੇ ਜਾਂ ਲੋਕ ਨਹੀਂ ਦੁਖੀ ਨੇ। ਉਹਨਾਂ ਨੇ ਸਵਾਲ ਜ਼ਰੂਰ ਚੁੱਕਿਆ, ਉਸ ਸਵਾਲ ਦਾ ਹਾਈ ਕਮਾਂਡ ਤੱਕ ਗਿਆ, ਹਾਈ ਕਮਾਂਡ ਨੇ ਜ਼ਰੂਰ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਕੰਮ ਸੋਲਵ ਵੀ ਹੋ ਗਿਆ। ਇਹ ਚੱਲਦਾ ਰਹਿੰਦਾ ਹੈ, ਕਿਸੇ ਨੂੰ ਦੁੱਖ ਆਵੇ, ਕਿਸੇ ਨੂੰ ਕੋਈ ਗਲਤਫਹਿਮੀ ਹੋਵੇ, ਕਿਸੇ ਦੇ ਕੋਈ ਸਵਾਲ ਆਉਣ, ਹਾਈ ਕਮਾਂਡ ਬੈਠੀ ਹੈ, ਹਾਈ ਕਮਾਂਡ ਸੋਲਵ ਕਰਦੀ ਹੈ। ਰਾਹੁਲ ਗਾਂਧੀ ਦੇ ਦੌਰੇ 'ਚ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ। ਮੈਂ ਗੱਲ ਕਰਾਂ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ, ਜੋ ਸਟੇਜ ਤੇ ਹੋਇਆ ਉਹ ਤੁਸੀਂ ਮੈਂ ਨਹੀਂ, ਲੱਖਾਂ ਲੋਕਾਂ ਨੇ ਦੇਖਿਆ। ਕੀ ਇਹ ਠੀਕ ਹੈ? ਦੇਖੋ, ਪਾਰਟੀ ਪ੍ਰੋਟੋਕੋਲ ਜਾਂ ਪਾਰਟੀ ਦੇ ਸਟੇਜ ਦੀ ਕੁਝ ਮਾਨ ਮਰਿਆਦਾਵਾਂ ਨੇ ਜੋ ਕਿ ਹਮੇਸ਼ਾ ਹਰ ਲੀਡਰ ਨੂੰ, ਹਰ ਵਰਗ ਦੇ ਬੰਦੇ ਨੂੰ ਜਾਂ ਜੋ ਸਟੇਜ ਤੇ ਬੈਠੇ ਹਰ ਬੰਦੇ ਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ। ਜ਼ਰੂਰ ਕੁਝ ਉੱਥੇ ਚੀਜ਼ਾਂ ਹੋਈਆਂ ਜਾਂ ਕੁਝ ਵੀ ਤੁਸੀਂ ਸਭ ਨੇ ਵੀ ਦੇਖਿਆ, ਉਹ ਚੀਜ਼ਾਂ ਕੁਝ ਗਲਤ ਵੀ ਨੇ, ਕੁਝ ਸਹੀ ਵੀ ਨੇ, ਬਟ ਹਰ ਬੰਦੇ ਨੂੰ ਉਸ ਚੀਜ਼ ਦਾ ਸੋਚਣਾ ਚਾਹੀਦਾ ਹੈ ਕਿ ਕਿਵੇਂ ਪਾਰਟੀ ਦੇ ਪ੍ਰੋਟੋਕੋਲ ਚੱਲਦੇ ਨੇ ਤੇ ਕਿਵੇਂ ਚੱਲਦੇ ਰਹਿਣੇ ਚਾਹੀਦੇ ਨੇ। ਇਸ ਚੀਜ਼ ਕਰਕੇ ਮੈਂ ਜ਼ਰੂਰ ਕਹਿਣਾ ਚਾਹੂੰਗਾ ਵੀ ਜੋ ਵੀ ਹੈ ਉਸ ਚੀਜ਼ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਦੀ ਸਾਰੀ ਗੱਲ ਦੇ ਨਿਗਾਹ 'ਚ ਹੈ। ਪਾਰਟੀ ਹਾਈ ਕਮਾਂਡ ਇਸ ਤੇ ਜ਼ਰੂਰ ਧਿਆਨ ਦੇਗੀ। ਹਾਈ ਕਮਾਂਡ ਨੇ ਇੱਕ ਸੁਨੇਹਾ ਵੀ ਕੱਲ੍ਹ ਦਿੱਤਾ ਹੈ, ਨਾ ਪੰਜਾਬ ਪ੍ਰਧਾਨ ਨਾ ਡਿਪਟੀ ਸੀਐਮ ਬਣਾਇਆ ਜਾਏਗਾ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ। ਲੱਗਦਾ ਤੁਹਾਨੂੰ ਕਿ ਪਾਰਟੀ 'ਚ ਰਹਿਣਗੇ? ਦੇਖੋ, ਸਰਦਾਰ ਨਵਜੋਤ ਸਿੰਘ ਸਿੱਧੂ ਬੜੇ ਹੀ ਵੱਡੇ, ਮਤਲਬ ਇੱਕ ਪੋਲੀਟੀਸ਼ੀਅਨ ਕਹਿ ਸਕਦੇ ਹੋ, ਬੜੇ ਵੱਡੇ ਲੋਕਾਂ ਦੇ ਲੀਡਰ ਨੇ, ਲੋਕਾਂ ਦੇ ਦਿਲ ਜਿੱਤਿਆ ਹੋਇਆ ਹੈ। ਉਹਨਾਂ ਵਾਸਤੇ ਇਹ ਅਹੁਦੇ, ਇਹ ਕੁਰਸੀਆਂ ਉਹਨਾਂ ਨੂੰ ਮਾਇਨੇ ਨਹੀਂ ਰੱਖਦੀਆਂ। ਤੁਸੀਂ ਉਹਨਾਂ ਨੂੰ ਇਹ ਅਹੁਦੇ ਡਿਪਟੀ ਸੀਐਮ ਨਾ ਵੀ ਦਿਓ, ਪ੍ਰਧਾਨ ਨਾ ਵੀ ਬਣਾਓ, ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਮੈਨੂੰ ਨਹੀਂ ਲੱਗਦਾ ਕਿ ਉਹ ਪਾਰਟੀ ਛੱਡ ਕੇ ਜਾਣਗੇ। ਜੇ ਉਹਨਾਂ ਨੂੰ ਉਹਨਾਂ ਨੂੰ ਅਹੁਦਿਆਂ ਦੀ ਭੁੱਖ ਨਹੀਂ ਹੈ, ਨਾ ਦਿਓ, ਉਹ ਲੋਕਾਂ ਦੀ ਸੇਵਾ ਕਰਦੇ ਹੀ ਪਏ ਨੇ। ਐਮਐਲਏ ਰਹਿ ਕੇ ਵੀ ਕਰਨਗੇ, ਜੇ ਮੰਤਰੀ ਬਣਾ ਦੋਗੇ ਤਾਂ ਵੀ ਕਰਨਗੇ। ਲੋਕਾਂ ਦੀ ਸੇਵਾ ਕਰਨੀ ਹੈ, ਅਹੁਦਿਆਂ ਤੋਂ ਉਹਨਾਂ ਨੇ ਕੀ ਲੈਣਾ। ਅਕਸ਼ੇ ਜੀ, ਇਸ ਵੇਲੇ ਜਿਹੜੀ ਜ਼ਿਆਦਾ ਮੁੱਦਾ ਭਖਿਆ ਨਾ ਕਿਸਾਨਾਂ ਦਾ, ਸਾਰੇ ਸਿਆਸਤ ਕਰ ਰਹੇ ਨੇ। ਮੈਂ ਚਾਹੁੰਦਾ ਸਿਆਸਤ ਨਹੀਂ, ਮਸਲੇ ਦਾ ਹੱਲ ਹੋਣਾ ਚਾਹੀਦਾ, ਕਿਉਂਕਿ ਕਿਸਾਨ ਜਿਹੜੇ ਆ ਸਾਡੇ ਲਈ ਉਹ ਦੇਵਤੇ ਦਾ ਰੂਪ ਹੈ। ਜਿੰਨਾ ਉਹ ਅਨਾਜ ਉਗਾਉਂਦੇ ਨੇ, ਮਤਲਬ ਅਸੀਂ ਰੱਬ ਹੀ ਮੰਨਦੇ ਹਾਂ ਉਹਨਾਂ ਨੂੰ। ਤੇ ਇਸ ਵੇਲੇ ਕਿੰਨਾ ਸ਼ੋਸ਼ਣ ਹੋ ਰਿਹਾ ਕਿਸਾਨਾਂ ਦੇ ਨਾਲ। ਲੱਗਦਾ ਤੁਹਾਨੂੰ ਕਿ ਮਸਲਾ ਹੱਲ ਹੋਏਗਾ, ਪੰਜਾਬ ਨੂੰ ਰਾਹਤ ਮਿਲੇਗੀ? ਦੇਖੋ, ਕਿਸਾਨ ਸਾਡਾ ਅੰਨਦਾਤਾ ਹੈ। ਕਿਸਾਨ ਨੂੰ ਫਸਾਇਆ ਕਿੱਥੇ ਜਾ ਰਿਹਾ, ਮੈਂ ਥੋੜਾ ਬਰੀਫਲੀ ਤੁਹਾਨੂੰ ਦੱਸਣਾ ਚਾਹੂੰਗਾ। ਜਿਹੜਾ ਕਿ ਇਹਨਾਂ ਨੇ ਬਿੱਲ ਪਾਸ ਕਰਤਾ, ਬਿੱਲ ਪਾਸ ਕਰਨ ਦੇ ਵਿੱਚ ਜਿਹੜੀ ਬਿੱਲ ਦੇ ਉੱਤੇ ਇੱਕ ਸਾਡੇ ਫਸਲ ਆਉਂਦੀ ਹੈ, ਟੋਟਲ ਪੰਜਾਬ ਦੇ ਵਿੱਚ 23 ਫਸਲਾਂ ਨੇ, 23 ਚੋਂ 2 ਫਸਲਾਂ ਜਿਹੜੀਆਂ ਕਣਕ ਝੋਨੇ ਦੀ ਫਸਲ ਆਉਂਦੀ ਹੈ, ਉਹਦੇ ਉੱਤੇ ਸਰਕਾਰ ਐਮਐਸਪੀ ਲਾਗੂ ਕਰਦੀ ਹੈ। ਮੈਂ ਬਰੀਫਲੀ ਤੁਹਾਨੂੰ ਦੱਸਣਾ ਚਾਹੂੰਗਾ। ਜਿਵੇਂ ਸਮਝ ਲਓ ਵੀ ਇਸ ਵਾਰ ਝੋਨੇ ਦੀ ਫਸਲ ਆਈ ਹੈ, ਉਹਦੇ ਉੱਤੇ ਐਮਐਸਪੀ ਆਈ ਹੈ 1880 ਰੁਪਏ। ਉਹ 1880 ਸਾਰੇ ਤੇ ਆਈ ਹੈ?
ਨਹੀਂ 18 ਨਹੀਂ ਕੁਛ ਦੇ ਵਿੱਚ ਕਿਸਮ ਦੇ ਵਿੱਚ ਆਉਂਦੀ ਹੈ। ਇੱਕ ਕਿਸਮ ਦੇ ਵਿੱਚ 1880 ਰੁਪਏ ਫਸਲ ਦੀ ਇੱਕ ਰੇਟ ਹੈ। ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ। ਉਸ 1880 ਰੁਪਏ ਦੇ ਉੱਤੇ 4 ਕੰਪਨੀਆਂ ਐਸੀਆਂ ਹੁੰਦੀਆਂ ਨੇ, ਏਜੰਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਰਕਾਰ ਕੋਲ ਉਹ ਝੋਨਾ ਚੱਕਦੀਆਂ ਨੇ। ਪਨਗ੍ਰੇਨ ਹੋ ਗਈ, ਪਨਫੈਡ ਹੋ ਗਈ, ਇਹਦੇ ਨਾਲ ਦੀਆਂ ਏਜੰਸੀਆਂ ਹੁੰਦੀਆਂ ਨੇ। ਇਹ ਏਜੰਸੀਆਂ ਜਦੋਂ ਚੱਕਦੀਆਂ ਨੇ ਉਹ ਸਰਕਾਰ ਨੂੰ 8.5% ਟੈਕਸ ਦਿੰਦੀਆਂ ਨੇ। ਉਹ ਫਸਲ ਚੱਕ ਕੇ ਜਦੋਂ ਲੈ ਕੇ ਜਾਂਦੀਆਂ ਨੇ ਉਸ ਨਾਲ ਅਪਰੋਕਸੀਮੇਟਲੀ 4000 ਕਰੋੜ ਰੁਪਈਆ ਸਰਕਾਰ ਨੂੰ ਫੰਡ ਇਕੱਠਾ ਹੁੰਦਾ ਉਹ 8.5% ਟੈਕਸ ਦੇ ਨਾਲ। ਉਹਦੇ ਨਾਲ ਸਾਡਾ ਮੰਡੀ ਬੋਰਡ ਚੱਲਦਾ ਹੈ, ਰੂਰਲ ਡਿਵੈਲਪਮੈਂਟ ਚੱਲਦੀ ਹੈ, ਉਹ ਸਾਰਾ ਕੰਮਕਾਰ ਚੱਲਦਾ ਜੋ ਪਿੰਡਾਂ ਦੇ ਵਿਕਾਸ ਦੇ ਲਈ ਹੁੰਦਾ ਹੈ। ਉਹ 4000 ਕਰੋੜ ਰੁਪਈਆ ਬਹੁਤ ਜ਼ਿਆਦਾ ਮਾਇਨੇ ਰੱਖਦਾ ਸਾਡੇ ਰੂਰਲ ਡਿਵੈਲਪਮੈਂਟ ਪੰਜਾਬ ਦੇ ਲਈ, ਜਿਹਦੇ ਵਿੱਚੋਂ ਕਿ 5% ਸੈਂਟਰ ਸਰਕਾਰ ਫਸਲ ਚੱਕਦੀ ਹੈ, 95% ਜਿਹੜੀ ਫਸਲ ਹੁੰਦੀ ਹੈ ਉਹ ਸਟੇਟ ਨੂੰ ਚੱਕਣੀ ਪੈਂਦੀ ਹੈ। ਉਸ ਫਸਲ ਦੇ ਵਿੱਚ ਜਦੋਂ ਇਹਨਾਂ ਨੇ ਪ੍ਰਾਈਵੇਟ ਸੈਕਟਰ ਲਾਂਚ ਕਰਤਾ, ਸਰਕਾਰ ਜ਼ਰੂਰ ਇਹ ਕਹਿੰਦੀ ਹੈ ਵੀ ਮੈਂ ਐਮਐਸਪੀ ਲਾਗੂ ਕਰੂੰਗੀ, ਸਰਕਾਰ ਐਮਐਸਪੀ ਲਾਗੂ 1880 ਰੁਪਏ ਕਰ ਦੇਗੀ, ਬਟ ਪ੍ਰਾਈਵੇਟ ਸੈਕਟਰ ਨੂੰ ਉਹਨਾਂ ਨੇ ਮਾਫ ਕਰਤਾ ਕਿ ਤੁਹਾਨੂੰ 8.5% ਟੈਕਸ ਦੇਣ ਦੀ ਲੋੜ ਨਹੀਂ। ਜੇ ਆਪਾਂ 1880 ਰੁਪਏ ਦੇ ਉੱਤੇ ਗੱਲ ਕਰੀਏ, 150 ਰੁਪਏ ਦਾ ਟੈਕਸ ਉਹਨਾਂ ਨੂੰ ਸਰਕਾਰ ਨੂੰ ਦੇਣਾ ਪਿਆ, ਬਟ ਪ੍ਰਾਈਵੇਟ ਸੈਕਟਰ ਅਡਾਨੀ ਅੰਬਾਨੀ ਨੂੰ ਨਹੀਂ ਦੇਣਾ ਪਏਗਾ। ਉਹ 1880 ਦਾ ਭਾਵੇਂ 1800 ਤੋਂ 1980 ਦਾ ਚੱਕੇ, ਕਿਸਾਨ ਨੂੰ 1980 ਮਿਲਿਆ, 100 ਰੁਪਇਆ ਵਾਧਾ ਮਿਲਿਆ, ਉਹਨੇ ਪ੍ਰਾਈਵੇਟ ਏਜੰਸੀ ਨੂੰ ਦੇਣਾ ਸ਼ੁਰੂ ਕਰਤਾ। 1980 ਦੇ ਵਿੱਚ 50 ਰੁਪਏ ਨੂੰ ਫਿਰ ਬਚ ਗਏ। ਉਸ 50 ਰੁਪਏ ਦੇ ਵਿੱਚ 1500 ਕਰੋੜ ਰੁਪਇਆ ਅਡਾਨੀ ਨੂੰ ਫਿਰ ਬਚਿਆ, ਉਹਨੂੰ 1500 ਕਰੋੜ ਬਚ ਰਿਹਾ। ਕਿਸਾਨਾਂ ਦਾ ਕੀ ਨੁਕਸਾਨ ਹੈ? ਨੁਕਸਾਨ ਤੁਸੀਂ ਦੇਖੋ ਨਾ, ਉਹੀ ਦੱਸ ਰਿਹਾ ਤੁਹਾਨੂੰ ਮੈਂ। ਕਿਸਾਨਾਂ ਦਾ ਨੁਕਸਾਨ ਉਹਦੇ ਵਿੱਚ ਇਦਾਂ ਹੋਣਾ ਹੈ ਵੀ ਜਿਹੜੇ ਟੈਕਸ, ਜਿਹੜੇ ਫਸਲਾਂ, ਜਿਹੜੀਆਂ ਚੀਜ਼ਾਂ ਸਰਕਾਰਾਂ ਨੂੰ ਇਕੱਠੀਆਂ ਹੋ ਕੇ ਕਿਸਾਨਾਂ ਨੂੰ ਲਾਭ ਮਿਲਦਾ ਸੀਗਾ ਮੰਡੀ ਬੋਰਡ ਥਰੂ, ਕਿਸਾਨਾਂ ਦੇ ਡਿਵੈਲਪਮੈਂਟ ਦੇ ਥਰੂ, ਫਸਲਾਂ ਦੇ ਥਰੂ, ਦਾਲਾਂ ਦੇ ਥਰੂ, ਆਟਾ ਦਾਲ ਸਕੀਮ ਦੇ ਥਰੂ, ਫਿਰ ਜਿਹੜੀਆਂ ਆਪਾਂ ਸਪਰੇਹਾਂ ਰੇਹਾਂ ਜਿਹੜੇ ਆਪਾਂ ਦਿੰਦੇ ਸੀ, ਖਾਦਾਂ ਦਿੰਦੇ ਸੀਗੇ, ਉਹ ਸਾਰੇ ਦਾ ਸਾਰਾ ਬਿਲਕੁਲ ਖਤਮ ਹੋ ਜਾਣਾ। ਖਤਮ ਹੋਣ ਤੋਂ ਬਾਅਦ ਕਿਸਾਨਾਂ ਨੂੰ ਇੱਕ ਸ਼ਿਓਰਟੀ ਜਿਹੜੀ ਐਮਐਸਪੀ ਦੀ ਦੇਣੀ ਚਾਹੀਦੀ ਸੀਗੀ, ਇਹ ਸਾਰੇ ਜਗ੍ਹਾ ਰੌਲਾ ਪਾਉਂਦੇ ਨੇ। ਮੈਂ ਪਾਰਟੀ ਤੋਂ ਅੱਡ ਹੋ ਕੇ ਤੁਹਾਨੂੰ ਗੱਲ ਦੱਸਣਾ ਚਾਹੂੰਗਾ, ਇਹ ਹਰ ਜਗ੍ਹਾ ਹਰ ਕੈਮਰੇ ਤੇ ਬੀਜੇਪੀ ਰੌਲਾ ਪਾ ਰਹੀ ਹੈ ਕਿ ਅਸੀਂ ਐਮਐਸਪੀ ਕਦੋਂ ਕਿਹਾ ਵੀ ਨਹੀਂ ਹਟਾਵਾਂਗੇ। ਅਸੀਂ ਪ੍ਰਧਾਨ ਮੰਤਰੀ ਸਾਡਾ ਕਹਿ ਰਿਹਾ ਹੈ ਕਿ ਮੈਂ ਐਮਐਸਪੀ ਨਹੀਂ ਹਟਾਊਂਗਾ, ਮੈਂ ਗਲਤ ਨਹੀਂ ਕਰੂੰਗਾ, ਮੈਂ ਕਿਸਾਨਾਂ ਨੂੰ ਆਪਣੀ ਜ਼ਬਾਨ ਦੇ ਰਿਹਾ। ਜ਼ਬਾਨ ਤੇ ਆਪਾਂ ਜੀਐਸਟੀ ਸਮੇਂ ਵੀ ਦਿੱਤੀ ਸੀ। 2017 ਦੇ ਵਿੱਚ ਜੀਐਸਟੀ ਲਾਗੂ ਕਰਕੇ ਆਪਾਂ ਕਿਹਾ ਸੀਗਾ ਵੀ ਜੀਐਸਟੀ ਜਮ੍ਹਾਂ ਕਰਾਓ, ਜਦੋਂ ਲੋੜ ਪਏਗੀ ਜੀਐਸਟੀ ਸਟੇਟਾਂ ਨੂੰ ਦਿੱਤੀ ਜਾਏਗੀ। ਆ ਪਿਛਲੇ 2 ਮਹੀਨਿਆਂ ਪਹਿਲਾਂ ਸਾਰੇ ਸੀਐਮ ਦੇ ਸੈਕਟਰੀ ਸਾਹਿਬਾਨ ਉੱਥੇ ਪਹੁੰਚੇ। ਜਦੋਂ ਜੀਐਸਟੀ ਸੈਂਟਰ ਸਰਕਾਰ ਕੋਲੋਂ ਮੰਗੀ ਗਈ ਤੇ ਸੈਂਟਰ ਸਰਕਾਰ ਨੇ ਹੱਥ ਖੜੇ ਕਰਤੇ ਵੀ ਸਾਡੇ ਕੋਲ ਜੀਐਸਟੀ ਨਹੀਂ। ਕਿੰਨੇ ਹਜ਼ਾਰਾਂ ਕਰੋੜ ਦੀ ਜੀਐਸਟੀ ਸਾਡੇ ਕੋਲੋਂ ਖੋਹ ਲਿੱਤੀ ਗਈ, ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਇਸ ਤਰੀਕੇ ਨਾਲ ਹੀ ਐਮਐਸਪੀ ਵੀ ਸਾਡੇ ਕੋਲੋਂ ਹੱਕ ਹਕੂਕ ਸਾਡੇ ਕੋਲ ਖੋਹ ਲਿੱਤੇ ਗਏ ਨੇ ਉਸ ਬਿੱਲ ਦੇ ਆਧਾਰ ਦੇ ਉੱਤੇ। ਜੇ ਸਰਕਾਰ ਕਹਿੰਦੀ ਹੈ, ਕਿਸਾਨ ਸਿਰਫ ਇੱਕੋ ਮੰਗ ਹੈ, ਕਿਸਾਨ ਕਹਿੰਦਾ ਹੈ ਵੀ ਐਮਐਸਪੀ ਦੇ ਵਿੱਚ ਲਿਖਿਆ ਜਾਵੇ ਵੀ ਐਮਐਸਪੀ ਗਰੰਟਿਡ ਹੈ, ਐਮਐਸਪੀ ਦਿੱਤੀ ਜਾਊਗੀ, ਐਮਐਸਪੀ ਤੋਂ ਹਟ ਕੇ ਸਰਕਾਰ ਕੋਈ ਗੱਲ ਨਹੀਂ ਕਰੂਗੀ। ਐਮਐਸਪੀ ਹੀ ਸਭ ਕਿਸਾਨਾਂ ਦਾ ਮੇਨ ਹੱਲ ਹੈ ਕਿ ਵਿੱਚ ਲਿਖ ਦਿੱਤਾ ਜਾਵੇ ਇੱਕੋ ਲਾਈਨ ਦੇ ਵਿੱਚ ਵੀ ਐਮਐਸਪੀ ਗਰੰਟਿਡ ਹੀ ਹਰ ਸਾਲ ਆਏਗੀ ਹੀ ਆਏਗੀ। ਅਕਸ਼ੈ ਜੀ, ਤੁਹਾਨੂੰ ਲੱਗਦਾ ਨਹੀਂ ਕਿ ਕਿਸਾਨਾਂ ਨੂੰ ਰੇਟ ਵੱਧ ਮਿਲੇਗਾ? ਤੇ ਅਸੀਂ ਅਨੁਮਾਨ ਜ਼ਿਆਦਾ ਲਗਾ ਰਹੇ ਹਾਂ, ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਰੇਟ ਵੱਧ ਮਿਲੇਗਾ। ਪ੍ਰਾਈਵੇਟ ਸੈਕਟਰ ਵੱਧ ਦੇਣਗੇ ਰੇਟ, ਉਹ ਮੈਂ ਤੁਹਾਨੂੰ ਟੈਕਸ ਦੇ ਆਧਾਰ ਤੇ ਦੱਸਤਾ ਵੀ ਇਹ ਸਿਰਫ ਤੇ ਸਿਰਫ ਪ੍ਰਾਈਵੇਟ ਏਜੰਸੀਆਂ ਨੂੰ ਫਾਇਦਾ ਦਿਵਾਉਣ ਪਿੱਛੋਂ। ਤੁਸੀਂ ਜਦ ਦੇਖੋ, ਜਦੋਂ ਅਡਾਨੀਆਂ ਨੇ ਇੱਕ ਫੁੱਲਾਂ ਦਾ ਸਟੋਰ ਲਾ ਲਿਆ, ਅਡਾਨੀਆਂ ਨੇ ਇੱਕ ਕਣਕ ਦਾ ਸਟੋਰ ਲਾ ਲਿਆ, ਕਿੰਨੇ ਹੀ ਹਜ਼ਾਰਾਂ ਸਟੋਰ ਆਪਣੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਵੀ। 2013 ਦੇ ਵਿੱਚ ਵੀ ਬਠਿੰਡੇ ਦੇ ਕੋਲ ਇੱਕ ਸਟੋਰ, ਪਤਾ ਨਹੀਂ 29,000 ਕੁਝ ਅਪਰੋਕਸੀਮੇਟਲੀ ਮੈਟ੍ਰਿਕ ਟਨ ਦਾ ਸਟੋਰ ਉੱਥੇ ਉਦਘਾਟਨ ਕੀਤਾ ਗਿਆ। ਸੁਖਬੀਰ ਬਾਦਲ ਜੀ ਜਾ ਕੇ ਉਸ ਅਡਾਨੀਆਂ ਦੇ ਸਟੋਰ ਦਾ ਉਦਘਾਟਨ ਕਰਕੇ ਆਏ। ਉਸ ਉਦਘਾਟਨ ਤੋਂ ਬਾਅਦ ਉਹਨਾਂ ਦੀ ਰਜਿਸਟਰੀ ਦੇ ਕਿੰਨੇ ਕਰੋੜ ਰੁਪਏ ਦਾ ਫੰਡ ਜਿਹੜਾ ਸੀਗਾ ਮਾਫ ਕੀਤਾ ਗਿਆ ਸਰਕਾਰ ਵੱਲੋਂ। ਉਹ ਫੰਡ ਮਾਫ ਕਰਕੇ ਉਹਨਾਂ ਦੇ ਕੋਲ ਇੱਕ ਉਹਨਾਂ ਦੀ ਨੀਂਹ ਰੱਖੀ ਗਈ ਵੀ ਤੁਸੀਂ ਜਦੋਂ ਇਨ ਫਿਊਚਰ ਬੀਜੇਪੀ ਦੀ ਸਰਕਾਰ ਇਹ ਬਿੱਲ ਪਾਸ ਕਰੇਗੀ, ਤੁਸੀਂ ਉਹਨਾਂ ਸਟੋਰਾਂ ਦੇ ਵਿੱਚ ਕਿਵੇਂ ਸਮਾਨ ਸਟੋਰ ਕਰਨਾ ਹੈ, ਸਟੋਰ ਕਰਨ ਤੋਂ ਬਾਅਦ ਕਿਵੇਂ ਮਹਿੰਗਾ ਕਰਕੇ ਉਹਨੂੰ ਤੁਸੀਂ ਬਾਜ਼ਾਰਾਂ ਦੇ ਵਿੱਚ ਵੇਚਣਾ ਹੈ। ਇਨ ਫਿਊਚਰ ਇਕੱਲੇ ਕਿਸਾਨਾਂ ਨੂੰ ਨਹੀਂ, ਕਿਸਾਨਾਂ ਨੂੰ ਤੇ ਸ਼ੁਰੂਆਤੀ ਨੁਕਸਾਨ ਜ਼ਰੂਰ ਦੇਣਗੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਨੁਕਸਾਨ ਉਸ ਗਰੀਬ ਵਰਗ ਦੇ ਲੋਕਾਂ ਨੂੰ ਹੋਏਗਾ ਜੋ ਡੇਲੀ ਟੂ ਮਾਊਥ ਨੇ, ਦਿਹਾੜੀਦਾਰ ਬੰਦੇ ਨੇ, ਮਿਡਲ ਫੈਮਿਲੀ ਦੇ ਬੰਦੇ ਨੇ, ਜਿਹੜੇ ਤਨਖਾਹਦਾਰ ਨੇ। ਅਮੀਰਾਂ ਦੇ 27-28 ਪਰਿਵਾਰ ਸਿਰਫ ਇਸ ਚੀਜ਼ ਤੋਂ ਬਚ ਕੇ ਰਹਿਣਗੇ ਜਿਹੜੇ ਦਿੱਲੀ ਬੰਬੇ ਬੈਠੇ ਨੇ। ਬਾਕੀ ਪੂਰਾ ਹਿੰਦੁਸਤਾਨ ਇਸ ਬਿੱਲ ਦੇ ਨਾਲ ਐਸਾ ਗ੍ਰਸਤ ਹੋਵੇਗਾ ਕਿ ਤੁਸੀਂ ਉਹਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ। ਅੱਛਾ ਜੀ, ਤੁਸੀਂ ਸੁਖਬੀਰ ਬਾਦਲ ਦੀ ਗੱਲ ਕੀਤੀ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਦੋਂ ਬਿੱਲ ਪਾਸ ਕੀਤਾ ਗਿਆ ਸਾਨੂੰ ਦੱਸਿਆ ਹੀ ਨਹੀਂ ਗਿਆ, ਅਸੀਂ ਕਿਸਾਨਾਂ ਦੇ ਨਾਲ, ਅਸੀਂ ਖੁਦ ਕਿਸਾਨ ਹਾਂ, ਸਾਡੇ ਪਰਿਵਾਰ ਚੋਂ ਕਿਸਾਨ ਨੇ। ਇਹ ਗੱਲ ਕਿੱਥੋਂ ਤੱਕ ਠੀਕ ਹੈ? ਦੇਖੋ, ਜਦੋਂ ਬਿੱਲ ਪਾਸ ਕੀਤਾ ਗਿਆ ਉਸ ਲੋਕ ਸਭਾ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਜੀ ਵੀ ਬੈਠੇ ਸੀਗੇ,
ਉਸ ਲੋਕ ਸਭਾ ਦੇ ਵਿੱਚ ਇਹ ਸਾਰੇ ਲੀਡਰ ਬੈਠੇ ਸੀਗੇ ਜਿਨ੍ਹਾਂ ਨੇ ਬਿੱਲ ਦਾ ਦੇਖਿਆ। ਤੁਸੀਂ ਦੇਖਿਆ ਹੋਊਗਾ ਸਾਡੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਜੀ, ਡਿੰਪਾ ਜੀ ਉੱਥੇ ਕਾਲੇ ਕੱਪੜੇ ਪਾ ਕੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ। ਉਹਨਾਂ ਦਿਨਾਂ ਦੇ ਵਿੱਚ ਵੱਡੇ ਬਾਦਲ ਸਾਹਿਬ ਦਾ ਇੱਕ ਬਿਆਨ ਵੀ ਆਇਆ ਸੀ, ਤੁਸੀਂ YouTube ਦੇ ਉੱਤੇ ਦੇਖ ਵੀ ਸਕਦੇ ਹੋ ਕਿ ਇਹ ਬਿੱਲ ਮੈਂ ਕੱਲਾ ਪੁਆਇੰਟ ਪੜ੍ਹ ਚੁੱਕਾ ਹਾਂ, ਇਹ ਕੱਲਾ ਕਿਸਾਨਾਂ ਦੇ ਹੱਕ ਵਿੱਚ ਹੈ। ਬੀਬੀ ਹਰਸਿਮਰਤ ਕੌਰ ਬਾਦਲ ਜੀ ਉੱਥੇ ਬੈਠੇ ਨੇ, ਉਹ ਵੀ ਇਸ ਬਿੱਲ ਤੋਂ ਬਿਲਕੁਲ ਸੰਤੁਸ਼ਟ ਨੇ। ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਦਿੱਲੀੋਂ ਆ ਕੇ ਪੰਜਾਬ ਦੇ ਹਾਲਾਤ ਦੇਖੇ, ਕਿਸਾਨ ਸੜਕ ਤੇ ਸੀਗਾ, ਕਿਸਾਨਾਂ ਦਾ ਰੋਸ਼ ਇਸ ਤਰੀਕੇ ਨਾਲ ਸੈਲਾਬ ਬਣ ਕੇ ਉਤਰ ਰਿਹਾ ਸੀਗਾ, ਉਹਨਾਂ ਨੂੰ ਪ੍ਰਭਾਵਿਤ ਕਰਨ ਲਈ, ਉਹਨਾਂ ਨੂੰ ਖੁਸ਼ ਕਰਨ ਲਈ ਉਹਨਾਂ ਨੇ ਇੱਕ ਅਸਤੀਫੇ ਦਾ ਸਟੰਟ ਖੇਡਿਆ। ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਇਸ ਅਸਤੀਫੇ ਦੇ ਨਾਲ ਕੋਈ ਵੀ ਫਰਕ ਨਹੀਂ ਪੈ ਰਿਹਾ, ਕੋਈ ਕੁਛ ਨਹੀਂ ਪੈ ਰਿਹਾ, ਉਹਨਾਂ ਨੇ ਆਪਣੀ ਪਿੰਡਾਂ ਦੇ ਵਿੱਚ ਵੜਨ ਦੇ ਲਈ ਇੱਕ ਵੈਲਿਡਿਟੀ ਕਾਰਡ ਬਣਾਉਣ ਲਈ ਉਹਨਾਂ ਨੇ ਆਪਣਾ ਜਿਹੜਾ ਸੀਗਾ ਉਸ ਪਾਰਟੀ ਦੇ ਨਾਲ ਉਹਨਾਂ ਨੇ ਸੰਬੰਧ ਤੋੜਤਾ। ਸੰਬੰਧ ਤੋੜਨ ਤੋਂ ਬਾਅਦ ਵੀ ਅੱਜ ਤੱਕ ਤੇ ਤੁਸੀਂ ਦੇਖ ਸਕਦੇ ਹੋ ਵੀ ਉਸ ਦੇ ਸਰਕਾਰ ਦੇ ਲਈ ਇਹਨਾਂ ਨੇ ਦਿੱਲੀ 'ਚ ਜਾ ਕੇ ਕੀ ਪ੍ਰਦਰਸ਼ਨ ਕੀਤੇ। ਇੱਕ ਆਪਾਂ ਇਹਨਾਂ ਨੇ ਯਾਤਰਾ ਕੱਢੀ ਸੀਗੀ, ਉਸ ਟਰੱਕ ਤੇ ਖਲੋ ਕੇ ਵੀ ਜਿੱਥੋਂ ਦੂਰੋਂ ਸਿਰਫ ਹੱਥ ਜੋੜ ਕੇ ਸਿਰਫ ਐਂ ਕਰਕੇ ਲੰਘ ਰਿਹਾ ਸੀ, ਉਸ ਵਿੱਚ ਸਿਰਫ ਤੇ ਸਿਰਫ ਉਹਨਾਂ ਦੇ ਪਾਰਟੀ ਦੇ ਵਰਕਰ ਸੀਗੇ। ਕੋਈ ਸੰਬੰਧਿਤ ਕਿਸਾਨਾਂ ਨਾਲ ਕੋਈ ਮੁੱਦੇ ਦੀ ਗੱਲ, ਕੋਈ ਐਸੀ ਪਬਲਿਕ ਮੀਟਿੰਗ, ਕੋਈ ਐਸੀ ਕਿਸਾਨਾਂ ਨਾਲ ਮੀਟਿੰਗ ਕੋਈ ਵੀ ਨਹੀਂ ਹੋਈ। ਕਿਸਾਨ ਇਹਨਾਂ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ। ਮੇਨ ਮੁੱਦੇ ਦੀ ਗੱਲ ਸਿਰਫ ਤੇ ਸਿਰਫ ਇੰਨੀ ਹੈ, ਇਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ, ਕੋਈ ਐਸਾ ਕੋਈ ਠੋਸ ਸਬੂਤ ਨਹੀਂ, ਕੋਈ ਐਸੀ ਠੋਸ ਗੱਲ ਨਹੀਂ ਜਿਨ੍ਹਾਂ ਦੇ ਨਾਲ ਇਹ ਪਿੰਡਾਂ 'ਚ ਜਾ ਸਕਣ ਤੇ ਕਿਸਾਨਾਂ ਨੂੰ ਸਮਝਾ ਸਕਣ ਕਿ ਅਸੀਂ ਤੁਹਾਡੇ ਨਾਲ ਹੈ। ਇਹ ਹਮੇਸ਼ਾ ਕਿਸਾਨ ਵਿਰੋਧੀ, ਵਪਾਰੀ ਵਿਰੋਧੀ, ਵਿਦਿਆਰਥੀ ਵਿਰੋਧੀ ਤੇ ਹਰ ਪੱਖ ਦੇ ਵਿਰੋਧੀ ਰਹੇ ਨੇ ਅਕਾਲੀ ਦਲ ਤੇ ਬੀਜੇਪੀ ਸਰਕਾਰ। ਤੁਹਾਨੂੰ ਲੱਗਦਾ ਨਹੀਂ ਕਿਸਾਨਾਂ ਦੇ ਮੁੱਦੇ ਤੇ ਪਾਰਟੀਆਂ ਸਿਆਸਤ ਕਰ ਰਹੀਆਂ ਨੇ? ਦੇਖੋ, ਪਾਰਟੀਆਂ ਸਿਆਸਤ ਨਹੀਂ ਕਰ ਰਹੀਆਂ। ਪਾਰਟੀਆਂ ਨੂੰ ਮੇਰੇ ਪਰਸਨਲ ਜਿਹੜਾ ਸੁਝਾਅ ਹੈ, ਪਾਰਟੀਆਂ ਨੂੰ ਇੱਕ ਝੰਡੇ ਥੱਲੇ ਆ ਕੇ ਦਿੱਲੀ ਸਰਕਾਰ ਨਾਲ ਮੱਥਾ ਲਾਉਣਾ ਪਏਗਾ। ਇੱਕ ਆਵਾਜ਼, ਇੱਕ ਤਰੀਕ, ਇੱਕ ਮਨਸ਼ਾ ਰੱਖ ਕੇ ਇੱਕ ਤਰੀਕ ਨੂੰ ਸੁਨੇਹਾ ਲਾ ਕੇ ਵੀ ਆਹ ਤਰੀਕ ਨੂੰ ਸਾਰੇ ਜਥੇਬੰਦੀਆਂ, ਸਾਰੀਆਂ ਪਾਰਟੀਆਂ, ਸਾਰੇ ਉਹ ਲੋਕ ਜੋ ਕਿਸਾਨਾਂ ਲਈ ਆਪਣਾ ਦਰਦ ਸਮਝਦੇ ਨੇ, ਪੰਜਾਬ ਤੋਂ, ਹਰਿਆਣੇ ਤੋਂ, ਹਰ ਸਟੇਟ ਤੋਂ ਜਿੱਥੇ ਕਿ ਕਿਸਾਨੀ ਮੁੱਖ ਹੈ, ਉੱਥੋਂ ਤੁਰਨ ਤੇ ਦਿੱਲੀ ਸਰਕਾਰ ਨਾਲ ਦਿੱਲੀ 'ਚ ਜਾ ਕੇ ਮੱਥਾ ਲਾਉਣ। ਮੈਨੂੰ ਨਹੀਂ ਲੱਗਦਾ ਕਿ ਜਦੋਂ ਲੋਕੀ ਘਰਾਂ 'ਚੋਂ ਉਤਰ ਕੇ, ਸੜਕਾਂ 'ਤੇ ਉਤਰ ਕੇ ਦਿੱਲੀ ਵੱਲ ਨੂੰ ਕੂਚ ਕਰਨ ਲੱਗ ਪਏ ਤੇ ਸੈਂਟਰ ਸਰਕਾਰ ਨੂੰ ਝੁਕਣਾ ਪਏਗਾ, ਇਹ ਬਿੱਲ ਨੂੰ ਸੋਧਣਾ ਪਏਗਾ। ਅਕਸ਼ੇ ਜੀ, ਕਿੱਦਾਂ ਹੋ ਸਕਦਾ ਹੈ ਅਕਾਲੀ ਦਲ ਤੇ ਕਾਂਗਰਸ ਇੱਕ ਝੰਡੇ ਥੱਲੇ, ਇੱਕ ਮੰਚ ਤੇ ਆ ਜਾਣ? ਕਿਉਂਕਿ ਆਪਾਂ ਤੇ 2022 ਦੇ ਇਲੈਕਸ਼ਨ ਸਿਰ ਤੇ ਕੱਲ ਨੂੰ ਲੜਨੇ ਆ। ਉਹ ਕਹਿੰਦੇ ਆ ਕਾਂਗਰਸ ਸਿਆਸਤ ਕਰ ਰਹੀ ਹੈ, ਕਾਂਗਰਸ ਕਹਿੰਦੇ ਅਕਾਲੀ ਦਲ ਸਿਆਸਤ ਕਰ ਰਹੀ ਹੈ। ਦੇਖੋ, ਇਹ ਉਹਨਾਂ ਲੀਡਰਾਂ ਦੀਆਂ ਗੱਲਾਂ ਨੇ ਜਿਹੜੇ ਲੀਡਰ ਉਸ ਚੀਜ਼ ਦੇ ਉੱਤੇ ਸਿਆਸਤ ਕਰ ਰਹੇ ਨੇ। ਦੇਖੋ, ਇਹ ਚੀਜ਼ ਕਾਂਗਰਸ ਸਿਆਸਤ ਨਹੀਂ ਕਰ ਰਹੀ। ਨਹੀਂ, ਕਾਂਗਰਸ ਸਿਆਸਤ ਨਹੀਂ ਕਰ ਰਹੀ। ਕਾਂਗਰਸ ਹਮੇਸ਼ਾ ਉਸ ਕਿਸਾਨ ਦੀ, ਉਸ ਮਜ਼ਦੂਰ ਦੇ ਦੁੱਖ ਤਕਲੀਫ ਨੂੰ ਸਮਝ ਕੇ, ਭਾਵੇਂ ਦਿੱਲੀ ਦੇ ਧਰਨਿਆਂ ਦੀ ਗੱਲ ਸੁਣ ਲਓ, ਦਿੱਲੀ ਦੇ ਵਿੱਚ ਉਸ ਮੰਤਰੀ ਦੇ ਘਰ ਦੀ ਗੱਲ ਕਰ ਲਓ, ਨਰਿੰਦਰ ਸਿੰਘ ਤੋਮਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਾਂਗਰਸ ਨੇ ਕੀਤਾ, ਦਿੱਲੀ ਦੇ ਵਿੱਚ ਧਰਨੇ ਕਾਂਗਰਸ ਨੇ ਲਾਏ, ਦਿੱਲੀ ਦੇ ਨਾਲ ਮੱਥਾ ਕਾਂਗਰਸ ਨੇ ਲਾਇਆ, ਕਾਂਗਰਸ ਪਾਰਟੀ ਦੇ ਸਾਂਸਦਾਂ ਨੇ ਲੋਕ ਸਭਾ 'ਚ ਆਵਾਜ਼ ਚੁੱਕੀ। ਦਿੱਲੀ ਦੇ ਵਿੱਚ ਹਮੇਸ਼ਾ ਉਹ ਚੀਜ਼ ਦੇ ਉੱਤੇ ਆਵਾਜ਼ ਚੱਕ ਕੇ ਉਸ ਗੂੰਗੀ ਬਹਿਰੀ ਸਰਕਾਰ ਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਸ ਚੀਜ਼ ਤੇ ਗਲਤ ਹੋ। ਪਰ ਇੱਕ ਝੰਡੇ ਥੱਲੇ ਦੀ ਗੱਲ ਕਰਨ ਦੀ ਮੈਂ ਜੋ ਗੱਲ ਕਰਦਾ, ਉਹ ਸਿਰਫ ਇਹ ਗੱਲ ਕਰਦਾ ਵੀ ਪਾਰਟੀਬਾਜ਼ੀ ਤੋਂ ਅਲੱਗ ਹੋ ਕੇ ਅੱਜ ਕਿਸਾਨਾਂ ਦੇ ਮੁੱਦਾ ਹੱਲ ਕਰਾਉਣ ਦੀ ਲੋੜ ਹੈ। ਸਾਨੂੰ ਲੋੜ ਹੈ ਉੱਥੇ ਜਾਣ ਦੀ। ਜੇ ਆਪਾਂ ਸਮਝਦੇ ਹਾਂ ਕਿ ਆਪਾਂ ਦਰਦ ਸਮਝਦੇ ਹਾਂ ਕਿਸਾਨ ਦਾ, ਉੱਥੇ ਵੱਡੇ ਟਰੱਕਾਂ ਤੇ ਬਹਿ ਕੇ ਹੱਥ ਹਿਲਾਉਣ ਨਾਲ ਕੁਛ ਨਹੀਂ ਹੋਣਾ। ਉੱਥੇ ਲੜਨਾ ਪਊਗਾ ਪਾਰਟੀਆਂ ਨਾਲ ਜਾ ਕੇ, ਉੱਥੇ ਲੜ ਕੇ ਬੀਜੇਪੀ ਸਰਕਾਰ ਦੇ ਨਾਲ ਗੱਲ ਕਰਕੇ ਉਹਨੂੰ ਝੁਕਾਉਣਾ ਪਏਗਾ ਕਿ ਬਿੱਲ ਨੂੰ ਵਿੱਚ ਸੋਧ ਕੇ ਇਸ ਵਿੱਚ MSP ਨੂੰ ਗਰੰਟਿਡ ਕੀਤਾ ਜਾਵੇ। ਮੈਨੂੰ ਤਾਂ ਨਹੀਂ ਲੱਗਦਾ ਕਿ ਇਸ ਬਿੱਲ ਨੂੰ ਸੋਧਿਆ ਜਾਏਗਾ, ਕਿਉਂਕਿ ਪੰਜਾਬ ਇੱਕ ਛੋਟੀ ਜਿਹੀ ਸਮਝੋ ਦੀ ਸੂਬੀ ਆ। ਕਿੱਥੇ ਮਾਨਨੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹਦੇ ਬਾਰੇ ਸੋਚਣਗੇ? ਜੇ ਉਹ ਨਹੀਂ ਸੋਚਦੇ ਤੇ ਗਾਂ ਕਾਂਗਰਸ ਕੀ ਸੋਚਦੀ ਹੈ? ਦੇਖੋ, ਮੈਂ ਤੁਹਾਡੇ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਨਹੀਂ ਕਿ ਪੰਜਾਬ ਇੱਕ ਛੋਟੀ ਜੀ ਸੂਬੀ ਨਹੀਂ ਹੈ। ਪੰਜਾਬ ਇੱਕ ਐਡਾ ਵੱਡਾ ਤੂਫਾਨ ਹੈ, ਐਡਾ ਵੱਡਾ ਇੱਕ ਸੈਲਾਬ ਨੇ। 13 ਲੋਕ ਸੀਟਾਂ ਦੀ ਗੱਲ ਨਾ ਕਰੋ, 13 ਲੋਕ ਸਭਾ ਸੀਟਾਂ ਹੋਣਗੀਆਂ। ਜਦ ਕਦੀ ਵੀ ਹਿੰਦੁਸਤਾਨ ਦੇ ਵਿੱਚ ਬਦਲਾਵ ਆਇਆ, ਇਨਕਲਾਬ ਆਇਆ, ਅੰਗਰੇਜ਼ ਦੇ ਸਮੇਂ ਦੀ ਗੱਲ ਕਰ ਲਓ, ਮੁਗਲ ਦੇ ਸਮੇਂ ਦੀ ਗੱਲ ਕਰ ਲਓ, ਕੋਈ ਵੀ ਸਮੇਂ ਦੀ ਗੱਲ ਕਰ ਲਓ, ਜਦੋਂ ਹੁਕਮਰਾਨ ਨੇ ਲੋਕਾਂ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਬਰ ਜਨਾਹ ਦੀ ਗੱਲ ਕੀਤੀ ਹੈ, ਪੰਜਾਬ ਚੋਂ ਹੀ ਯੋਧਿਆਂ ਨੇ ਉੱਠ ਕੇ ਉਸ ਦਿੱਲੀ ਦੇ ਤਖਤ ਨੂੰ ਹਿਲਾਇਆ ਤੇ ਦਿੱਲੀ ਦੇ ਤਖਤ ਨੂੰ ਸਿੱਟ ਕੇ ਥੱਲੇ ਲੋਕਾਂ ਨੂੰ ਲੋਕਾਂ ਦੇ ਹੱਕ ਦਿਵਾਏ ਨੇ। ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਹੱਕ ਮਿਲੇਗਾ? ਕਿਸਾਨਾਂ ਨੂੰ ਹੱਕ ਵੀ ਮਿਲੇਗਾ, ਮਜ਼ਦੂਰਾਂ ਨੂੰ ਉਹਨਾਂ ਦੇ
ਜੋ ਮੁੱਦੇ ਨੇ ਉਹ ਵੀ ਹੱਲ ਹੋਣਗੇ। ਹਰ ਵਰਗ ਦਾ ਉਹ ਮੁੱਦਾ ਹੱਲ ਹੋ ਕੇ ਮੋਦੀ ਦੀ ਸਰਕਾਰ ਨੂੰ ਝੁਕਣਾ ਪਏਗਾ, ਭਾਵੇਂ ਅੱਜ ਝੁਕਣ, ਭਾਵੇਂ 2024 ਦੀ ਇਲੈਕਸ਼ਨ ਸਿਰ ਮੱਥੇ ਪਈ ਹੈ। ਸਮਾਂ ਦੂਰ ਨਹੀਂ, ਸਮਾਂ ਕੋਲ ਆਇਆ ਪਿਆ ਹੈ। ਜਦੋਂ ਆਏਗਾ ਉਸੇ ਟਾਈਮ ਹੀ ਸਭ ਤੋਂ ਪਹਿਲਾਂ ਇਹ ਬਿੱਲ ਨੂੰ ਖਤਮ ਕੀਤਾ ਜਾਏਗਾ। ਜੇ ਇਹ ਨਹੀਂ ਕਰਨਗੇ ਤਾਂ ਰਾਹੁਲ ਦੇ ਦੌਰੇ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਕੇ ਆਏ ਨੇ। ਇਹ ਨਹੀਂ ਹੋਣਾ ਚਾਹੀਦਾ ਸੀ। ਜੇ ਆਪਾਂ ਗਏ ਆ ਤੇ ਮੰਚ ਅੱਗੇ ਚੱਲਣਾ ਚਾਹੀਦਾ ਸੀ, ਨਾਲ ਸਭ ਨੂੰ ਮਿਲ ਕੇ ਚੱਲਣਾ ਚਾਹੀਦਾ। ਕਿਹੜੀ ਐਸੀ ਗੱਲ ਹੋਈ ਜਿਹਦੇ ਕਾਰਨ ਉਹ ਨਾਰਾਜ਼ ਹੋ ਕੇ ਵਾਪਸ ਆਏ ਨੇ? ਨਹੀਂ ਦੇਖੋ, ਨਾਰਾਜ਼ ਹੋ ਕੇ ਵਾਪਸ ਨਹੀਂ ਆਏ। ਉਹ ਮਾਝੇ ਦੇ ਰਹਿਣ ਵਾਲੇ ਨੇ, ਅੰਮ੍ਰਿਤਸਰ ਈਸਟ ਤੋਂ ਐਮਐਲਏ ਸਾਹਿਬ ਨੇ। ਜਦੋਂ ਉਹਨਾਂ ਦੇ ਲਾਗੇ ਰਹਿਣ ਵਾਲੇ ਇੱਕ ਸੂਬਾ ਸਾਡੇ ਸੂਬੇ ਦੇ ਵਿੱਚ, ਮੋਗੇ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਰੈਲੀ ਸੀਗੀ, ਉਸ ਰੈਲੀ ਦੇ ਵਿੱਚ ਉਹ ਪਹੁੰਚੇ ਨੇ। ਇੱਥੋਂ ਦੇ ਸਾਰੇ ਲੀਡਰ ਵੀ ਪਹੁੰਚੇ ਨੇ। ਅਗਲੀ ਰੈਲੀ ਸੰਗਰੂਰ ਜ਼ਿਲ੍ਹੇ ਦੀ ਸੀਗੀ, ਉੱਥੋਂ ਦੇ ਲੀਡਰ ਸਾਹਿਬਾਨ, ਬੀਬੀ ਭੱਠਲ ਜੀ, ਵਿਜੇਂਦਰ ਸਿੰਗਲਾ ਜੀ, ਹੋਰ ਵੀ ਕਈ ਸਾਡੇ ਸੀਨੀਅਰ ਨੇਤਾ ਉੱਥੇ ਪਹੁੰਚੇ ਸੀਗੇ। ਉਹਨਾਂ ਦੀ ਡਿਊਟੀ ਸੀਗੀ, ਇਹਨਾਂ ਦੀ ਡਿਊਟੀ ਮੋਗੇ ਸੀਗੀ। ਇਹ ਆਏ ਨੇ ਉੱਥੇ ਮੋਗੇ ਦੇ ਵਿੱਚ ਰੈਲੀ ਦੇ ਵਿੱਚ, ਇਹਨਾਂ ਨੇ ਆ ਕੇ ਸੰਬੋਧਨ ਵੀ ਕੀਤਾ। ਅਕਸ਼ੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਯੁਵਾ ਪੀੜ੍ਹੀ ਲਈ ਤੁਸੀਂ ਸੁਨੇਹੇ ਦਿੱਤੇ ਨੇ, ਆਪਣੀ ਪਾਰਟੀ ਨੂੰ ਤੁਸੀਂ ਜਾਗਰੂਕ ਕੀਤਾ ਆ ਤੇ ਪਾਰਟੀ ਦੇ ਬਾਰੇ ਇੰਨਾ ਵਿਸਤਾਰ ਨਾਲ ਦੱਸਿਆ ਹੈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਅੰਮ੍ਰਿਤਸਰ ਪੇਜ ਦਾ, ਜਿਨ੍ਹਾਂ ਨੇ ਸਮਾਂ ਦਿੱਤਾ ਇੱਥੇ ਬੋਲਣ ਦਾ, ਤੇ ਬਹੁਤ ਬਹੁਤ ਧੰਨਵਾਦ ਜੀ।